ਰਮਨ ਤੇ ਦਮਨ ਤੋਂ ਪੱਕੀਆਂ ਸਹੇਲੀਆਂ ਸਨ। ਰਮਨ ਬਹੁਤ ਹੀ ਸ਼ਾਂਤ ਸੁਭਾਅ ਤੇ ਬਹੁਤ ਹੀ ਚੰਗੇ ਵਿਚਾਰਾਂ ਵਾਲੀ ਕੁੜੀ ਸੀ। ਦੂਜੇ ਪਾਸੇ ਦਮਨ ਬਹੁਤ ਹੀ ਚੁਸਤ ਚਲਾਕ ਤੇ ਆਜ਼ਾਦ ਵਿਚਾਰਾਂ ਵਾਲੀ ਕੁੜੀ ਸੀ। ਰਮਨ ਤੇ ਦਮਨ ਦੀ ਪੜ੍ਹਾਈ ਪੂਰੀ ਹੋ ਗਈ ਸੀ। ਉਹਨਾਂ ਦੇ ਮਾਪਿਆਂ ਨੇ ਦੋਵਾਂ ਦਾ ਵਿਆਹ ਕਰ ਦਿੱਤਾ। ਰਮਨ ਆਪਣੇ ਸਹੁਰੇ ਘਰ ਚਲੀ ਗਈ ਤੇ ਦਮਨ ਆਪਣੇ ਸਹੁਰੇ ਘਰ ਚਲੀ ਗਈ। ਰਮਨ ਦੇ ਸਹੁਰੇ ਥੋੜੇ ਦਾਜ ਦਹੇਜ ਦੇ ਲਾਲਚੀ ਅਤੇ ਚਲਾਕ ਕਿਸਮ ਦੇ ਬੰਦੇ ਸਨ। ਸਾਲ ਅੰਦਰ ਹੀ ਉਹਨਾਂ ਨੇ ਰਮਨ ਨੂੰ ਦਾਜ ਦੇ ਲਿਆਉਣ ਲਈ परेशान करना ਅਤੇ ਤਾਨੇ कसने शुरू कर दिते। उस ऊपर बहुत ही जुल्म करने शुरू कर दिते। रमन सब कुछ चुपचाप सही जा रही सी क्योंकि वह अपने माता पिता के सिर ते बोझ नहीं बनना चाहती सी। रमन अपने घरदिਆਂ ਨੂੰ ਹੋਰ ਪੈਸੇ ਦਾ दहेज देण ਲਈ नहीं कह रही सी ਤਾਂ उसदी सੱਸ ਨੂੰ बहुत गुस्सा आउंदा सी क्योंकि उसदे दिओर दा मुंडा ज्यादा दाज दहेज लैके आया सी। रमन की सੱਸ ਨੂੰ ਗਵਾਂਢੀਆਂ ਤੋਂ पता लग्या कि उसदे दिओर दी ਨੂੰਹ ਦੀ ਵੱਡੀ ਭੈਣ है जिसका विआह टुटिया होया सी। उसदे नाम लगभग 20 लाख रुपए ने ते उसदे विआह ते होर भी ਉਹ ਦਾਜ ਦੇਣਗੇ। ਇਸ ਨਾਲ ਰਮਨ ਦੀ ਸੱਸ ਬਲਵਿੰਦਰ ਕੌਰ ਦਾ ਅੰਦਰਲਾ ਲਾਲਚ ਜਾਗ ਆਇਆ ਤੇ ਉਹ ਆਪਣੇ ਦਿਓਰ ਦੀ ਨੂੰਹ ਦੀ ਵੱਡੀ ਭੈਣ ਨੂੰ अपनी ਨੂੰਹ ਬਣਾਉਣ ਬਾਰੇ ਸੋਚਣ ਲੱਗੀ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਮਨ ਨੂੰ ਤੰਗ ਕਰਦੀ। ਰਮਨ ਚੁੱਪ ਵੱਟੀ ਬੈਠੀ ਰਹਿੰਦੀ। ਪਰ ਇੱਕ ਦਿਨ ਰਮਨ ਦਾ ਭਰਾ ਆਇਆ ਹੋਇਆ ਸੀ ਤਾਂ ਉਸਦੀ ਸੱਸ ਨੇ ਰਮਨ ਤੇ ਭਰਾ ਸਾਹਮਣੇ ਰਮਨ ਦੀ ਬਹੁਤ ਲਾਪਾ ਕੀਤੀ ਜੋ ਉਸਦੇ ਭਰਾ ਤੋਂ ਬਰਦਾਸ਼ਤ ਨਾ ਹੋਈ ਤਾਂ ਉਸਨੇ ਰਮਨ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਪਰ ਰਮਨ ਨੇ ਮਨਾ ਕਰ ਦਿੱਤਾ। ਇੱਕ ਦਿਨ ਬਹੁਤ ਜ਼ਿਆਦਾ ਹੱਦ ਹੋ ਗਈ। ਰਮਨ ਦੀ ਸੱਸ ਰਮਨ ਦੇ ਚਰਿੱਤਰ ਤੇ ਝੂਠੇ ਇਲਜ਼ਾਮ ਲਗਾ ਰਹੀ ਸੀ ਤਾਂ ਰਮਨ ਤੋਂ ਬਰਦਾਸ਼ਤ ਨਾ ਹੋਇਆ ਉਹ ਆਪਣੇ ਪੇਕੇ ਚਲੀ ਗਈ। ਉੱਥੇ ਉਹਨਾਂ ਨੇ ਤਲਾਕ ਦਾ ਕੇਸ ਚਲਾਇਆ। ਰਮਨ ਉੱਪਰ ਉਸਦੇ ਸਹੁਰਿਆਂ ਨੇ ਬਹੁਤ ਦੋਸ਼ ਲਗਾਏ। ਪੈਸੇ ਦੇ ਕੇ ਫੈਸਲਾ ਆਪਣੇ ਹੱਕ ਵਿੱਚ ਕਰਵਾ ਲਿਆ। ਰਮਨ ਦਾ ਤਾਂ ਜਿਵੇਂ ਕਾਨੂੰਨ ਨਾਮ ਦੀ ਚੀਜ਼ ਤੋਂ ਭਰੋਸਾ ਹੀ ਉੱਠ ਗਿਆ ਹੁੰਦਾ ਹੈ। ਉਹ ਆਪਣੇ ਆਪ ਵਿੱਚ ਰਹਿਣ ਲੱਗੀ। ਇੱਕ ਦਿਨ ਦਮਨ ਆਪਣੇ ਦਿਓਰ ਨਾਲ ਰਮਨ ਨੂੰ ਮਿਲਣ ਆਈ। ਦਮਨ ਦਾ ਦਿਓਰ ਪੁਲਿਸ ਇੰਸਪੈਕਟਰ ਸੀ। ਉਸਨੇ ਰਮਨ ਨੂੰ ਦੇਖਦਿਆਂ ਕਿਹਾ ਕਿੰਨੀ ਸੋਹਣੀ ਕੁੜੀ ਹੈ ਤੇ ਉਸਨੇ ਦਮਨ ਨੂੰ ਕਿਹਾ ਕਿ ਉਹ ਰਮਨ ਨਾਲ ਉਸਦਾ ਵਿਆਹ ਕਰਵਾਉਣਾ ਚਾਹੁੰਦਾ ਹੈ। ਦਮਨ ਨੇ ਵਿੱਚ ਪੈ ਕੇ ਆਪਣੇ ਦਿਓਰ ਦਲਵੀਰ ਦਾ ਵਿਆਹ ਰਮਨ ਨਾਲ ਕਰਵਾ ਦਿੱਤਾ। ਸਭ ਤੋਂ ਪਹਿਲਾਂ ਦਲਵੀਰ ਨੇ ਇਸ ਕੇਸ ਨੂੰ ਦੁਬਾਰਾ ਖੁਲਾਇਆ ਤੇ ਰਮਨ ਨੂੰ ਬੇਗੁਨਾਹ ਸਾਬਿਤ ਕੀਤਾ। ਦੂਜੇ ਪਾਸੇ ਰਮਨ ਦੇ ਪਹਿਲੇ ਪਤੀ ਦਾ ਵਿਆਹ ਰਮਨ ਦੀ ਸੱਸ ਨੇ ਆਪਣੇ ਦਿਓਰ ਦੀ ਵੱਡੀ ਨੂੰਹ ਦੀ ਭੈਣ ਨਾਲ ਕਰਾ ਦਿੱਤਾ। ਉਹ ਬਹੁਤ ਦਾਜ ਲੈ ਕੇ ਆਈ ਸੀ ਪਰ ਸੁਭਾਅ ਦੀ ਬਹੁਤ ਹੀ ਕੌੜੀ ਤੇ ਕੁਸ਼ੈਲੀ ਸੀ। ਰਮਨ ਦੀ ਸੱਸ ਤੇ ਉਸਦੀ ਨੂੰਹ ਦੀ ਬਿਲਕੁਲ ਨਹੀਂ ਬਣਦੀ ਸੀ। ਉਹ ਦੋਵੇਂ ਸੱਸ ਨੂੰ ਹਮੇਸ਼ਾ ਲੜਦੀਆਂ ਰਹਿੰਦੀਆਂ। ਬਲਵਿੰਦਰ ਕੌਰ ਨੂੰ ਰਮਨ ਨਾਲ ਕੀਤੀਆਂ ਵਧੀਕੀਆਂ ਯਾਦ ਆਉਂਦੀਆਂ ਸੀ ਤੇ ਉਹ ਸੋਚਦੀ ਸੀ ਕਿ ਉਸਨੇ ਦਾਜ ਦਹੇਜ ਲਈ ਆਪਣੇ ਪੁੱਤ ਦਾ ਘਰ ਵੀ ਪੁੱਟ ਲਿਆ ਤੇ ਖੁਦ ਵੀ ਦੁਖੀ ਰਹਿੰਦੀ ਹੈ। ਉਸਦੀ ਨੂੰਹ ਨੂੰ ਬਲਵਿੰਦਰ ਕੌਰ ਨਾਲ ਵਧੇਰੇ ਨਫ਼ਰਤ ਸੀ। ਉਸਨੇ ਕਈ ਵਾਰ ਪੁਲਿਸ ਨੂੰ ਬੁਲਾ ਕੇ ਆਪਣੀ ਸੱਸ ਤੇ ਆਪਣੇ ਪਤੀ ਨੂੰ ਕੈਦ ਕਰਵਾਇਆ ਸੀ। ਉਹ ਪਿੱਛੋਂ ਬੜੇ ਹੀ ਰਸੂਖ ਵਾਲੀ ਫੈਮਿਲੀ ਦੀ ਕੁੜੀ ਸੀ ਜਿਸ ਕਾਰਨ ਬਲਵਿੰਦਰ ਕੌਰ ਤੇ ਉਸਦਾ ਪੁੱਤ ਕੁਝ ਵੀ ਨਹੀਂ ਕਰ ਸਕਦੇ ਸਨ। ਉਹਨਾਂ ਦੀ ਇਸ ਨੂੰਹ ਨੇ ਵੀ ਇਹਨਾਂ ਉੱਤੇ ਤਲਾਕ ਦਾ ਕੇਸ ਕਰ ਦਿੱਤਾ। ਅੱਜ ਤਰੀਕ ਤੇ ਤਰੀਕ ਪੈਂਦੀ ਹੈ ਤੇ ਬਲਵਿੰਦਰ ਕੌਰ ਤੇ ਉਸਦਾ ਮੁੰਡਾ ਤਰੀਕ ਭੁਗਤ ਰਹੇ ਸਨ। ਬਹੁਤ ਪੈਸਾ ਇਸੇ ਕੰਮ ਵਿੱਚ ਲੱਗ ਗਿਆ ਸੀ। ਦਾਜ ਦੇ ਲੋਭੀ ਆਪਣੀ ਜ਼ਮੀਨ ਤੋਂ ਵੀ ਹੱਥ ਧੋ ਬੈਠੇ ਤੇ ਬੀਤੇ ਵੇਲੇ ਨੂੰ ਪਛਤਾ ਰਹੇ ਹਨ ਤੇ ਹੁਣ ਉਹਨਾਂ ਨੇ ਰਮਨ ਨਾਲ ਗੱਲ ਕੀਤੀ ਤੇ ਉਸ ਤੋਂ ਮਾਫੀ ਮੰਗ ਲਈ। ਤਾਈਓ ਕਹਿੰਦੇ ਨੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਆਪਣਾ ਕੀਤਾ ਹਮੇਸ਼ਾ ਭੁਗਤਣਾ ਪੈਂਦਾ ਹੈ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ